ਸਾਰੇ ਜੀਵ ਸੂਖਮ ਇਕਾਈਆਂ ਦੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਸੈੱਲ ਕਿਹਾ ਜਾਂਦਾ ਹੈ। ਸੈੱਲ ਜੀਵ ਦੀ ਸਭ ਤੋਂ ਛੋਟੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਹੁੰਦੀ ਹੈ। ਜੀਵ ਦਾ ਹਰ ਇੱਕ ਸੈੱਲ ਪੋਸ਼ਣ, ਪਰਿਵਹਨ, ਮਲ ਤਿਆਗ, ਜਣਨ ਜਿਹੇ ਕੁਝ ਕਾਰਨਾਂ ਨੂੰ ਕਰਨ ਵਿੱਚ ਕੁਝ ਨਾ ਕੁਝ ਭੂਮਿਕਾ ਨਿਭਾਉਂਦਾ ਹੈ। ਇਨ੍ਹਾਂ ਕਾਰਜਾਂ ਨੂੰ ਕਰਨ ਲਈ ਸੈੱਲ ਨੂੰ ਊਰਜਾ ਦੀ ਜ਼ਰੂਰਤ ਹੁੰਦੀ ਹੈ। ਇੱਥੋਂ ਤੱਕ ਕਿ ਸਾਨੂੰ ਭੋਜਨ ਖਾਂਦੇ, ਸੌਂਦੇ ਜਾਂ ਪੜ੍ਹਦੇ ਸਮੇਂ ਵੀ ਊਰਜਾ ਦੀ ਜ਼ਰੂਰਤ ਹੁੰਦੀ ਹੈ। ਪਰ ਬੱਚਿਓ, ਇਹ ਊਰਜਾ ਕਿੱਥੋਂ ਆਉਂਦੀ ਹੈ? ਭੋਜਨ ਵਿੱਚ ਜਮ੍ਹਾਂ ਊਰਜਾ ਸਾਹ ਕਿਰਿਆ ਦੇ ਸਮੇਂ ਮੁਕਤ ਹੁੰਦੀ ਹੈ। ਇਸ ਲਈ ਸਾਰੇ ਜੀਵਾਂ ਨੂੰ ਭੋਜਨ ਤੋਂ ਊਰਜਾ ਪ੍ਰਾਪਤ ਕਰਨ ਦੇ ਲਈ ਸਾਹ ਕਿਰਿਆ ਦੀ ਜ਼ਰੂਰਤ ਹੁੰਦੀ ਹੈ। ਸੈੱਲਾਂ ਵਿੱਚ ਆਕਸੀਜਨ ਭੋਜਨ ਦੇ ਵਿਖੰਡਨ ਵਿੱਚ ਮਦਦ ਕਰਦੀ ਹੈ। ਸੈੱਲਾਂ ਵਿੱਚ ਭੋਜਨ ਦੇ ਵਿਖੰਡਨ ਦੀ ਪ੍ਰਕਿਰਿਆ ਵਿੱਚ ਊਰਜਾ ਮੁਕਤ ਹੁੰਦੀ ਹੈ। ਇਸ ਨੂੰ ਸੈੱਲਮਈ ਸਾਹ ਕਿਰਿਆ ਕਿਹਾ ਜਾਂਦਾ ਹੈ। ਸੈੱਲ ਦੇ ਅੰਦਰ ਭੋਜਨ ਆਕਸੀਜਨ ਦੀ ਵਰਤੋਂ ਕਰਕੇ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਿੱਚ ਵਿਖੰਡਿਤ ਹੋ ਜਾਂਦਾ ਹੈ। ਜਦੋਂ ਗਲੂਕੋਜ਼ ਦਾ ਵਿਖੰਡਨ ਆਕਸੀਜਨ ਦੀ ਵਰਤੋਂ ਦੁਆਰਾ ਹੁੰਦਾ ਹੈ ਤਾਂ ਉਹ ਆਕਸੀ ਸਾਹ ਕਿਰਿਆ ਅਖਵਾਉਂਦਾ ਹੈ। ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਵੀ ਭੋਜਨ ਵਿਖੰਡਿਤ ਹੋ ਸਕਦਾ ਹੈ। ਇਹ ਪ੍ਰਕਿਰਿਆ ਅਣਆਕਸੀ ਸਾਹ ਕਿਰਿਆ ਅਖਵਾਉਂਦੀ ਹੈ। ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਗਲੂਕੋਜ਼, ਐਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿੱਚ ਵਿਖੰਡਿਤ ਹੋ ਜਾਂਦਾ ਹੈ। ਬਹੁਤ ਦੇਰ ਨਾਲ ਕਸਰਤ ਕਰਨ, ਤੇਜ਼ੀ ਨਾਲ ਭੱਜਣ, ਕਈ ਘੰਟੇ ਟਹਿਲਣ, ਸਾਈਕਲ ਚਲਾਉਣ ਜਾਂ ਭਾਰੀ ਵਜ਼ਨ ਚੁੱਕਣ ਵਰਗੇ ਅਨੇਕ ਕਾਰਜਾਂ ਲਈ ਵਧੇਰੇ ਊਰਜਾ ਦੀ ਜ਼ਰੂਰਤ ਹੁੰਦੀ ਹੈ। ਪਰੰਤੂ ਊਰਜਾ ਪੈਦਾ ਕਰਨ ਲਈ ਸਾਡੇ ਸਰੀਰ ਨੂੰ ਆਕਸੀਜਨ ਦੀ ਸਪਲਾਈ ਸੀਮਿਤ ਹੁੰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਪੇਸ਼ੀ ਸੈੱਲ ਅਣਆਕਸੀ ਸਾਹ ਕਿਰਿਆ ਦੁਆਰਾ ਊਰਜਾ ਦੀ ਵਾਧੂ ਮੰਗ ਨੂੰ ਪੂਰਾ ਕਰਦੇ ਹਨ। ਬਹੁਤ ਜ਼ਿਆਦਾ ਕਸਰਤ ਕਰਨ ਦੇ ਬਾਅਦ ਸਾਡੀਆਂ ਪੇਸ਼ੀਆਂ ਵਿੱਚ ਥਕਾਵਟ ਕਿਉਂ ਹੁੰਦੀ ਹੈ? ਥਕਾਵਟ ਉਦੋਂ ਹੁੰਦੀ ਹੈ ਜਦੋਂ ਪੇਸ਼ੀਆਂ ਅਣਆਕਸੀ ਸਾਹ ਕਿਰਿਆ ਕਰਦੀਆਂ ਹਨ। ਇਹ ਪ੍ਰਕਿਰਿਆ ਵਿੱਚ ਗਲੂਕੋਜ਼ ਦੇ ਅੰਸ਼ਿਕ ਵਿਖੰਡਨ ਨਾਲ ਲੈਕਟਿਕ ਐਸਿਡ ਅਤੇ ਕਾਰਬਨ ਡਾਈਆਕਸਾਈਡ ਬਣਦੇ ਹਨ। ਲੈਕਟਿਕ ਐਸਿਡ ਦਾ ਇਕੱਠਾ ਹੋਣਾ ਪੇਸ਼ੀਆਂ ਵਿੱਚ ਥਕਾਵਟ ਪੈਦਾ ਕਰਦਾ ਹੈ। ਗਰਮ ਪਾਣੀ ਵਿੱਚ ਨਹਾਉਣ ਜਾਂ ਸਰੀਰ ਦੀ ਮਾਲਿਸ਼ ਕਰਨ ਨਾਲ ਖੂਨ ਦਾ ਸੰਚਾਰਨ ਵੱਧ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਪੇਸ਼ੀ ਸੈੱਲਾਂ ਨੂੰ ਆਕਸੀਜਨ ਦੀ ਸਪਲਾਈ ਵੱਧ ਜਾਂਦੀ ਹੈ, ਜਿਸ ਨਾਲ ਲੈਕਟਿਕ ਐਸਿਡ ਦਾ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਿੱਚ ਵਿਖੰਡਨ ਹੋ ਜਾਂਦਾ ਹੈ। ਬੱਚਿਓ, ਸਾਹ ਲੈਣ ਦਾ ਭਾਵ ਹੈ ਆਕਸੀਜਨ ਨਾਲ ਭਰਪੂਰ ਹਵਾ ਨੂੰ ਅੰਦਰ ਖਿੱਚਣਾ ਜਾਂ ਪ੍ਰਾਪਤ ਕਰਨਾ ਅਤੇ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਨੂੰ ਬਾਹਰ ਕੱਢਣਾ। ਆਕਸੀਜਨ ਭਰਪੂਰ ਹਵਾ ਨੂੰ ਸਰੀਰ ਦੇ ਅੰਦਰ ਲੈਣਾ, ਅੰਦਰ ਸਾਹ ਖਿੱਚਣ ਕਿਰਿਆ ਅਤੇ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਨੂੰ ਬਾਹਰ ਕੱਢਣਾ ਸਾਹ ਛੱਡਣ ਕਿਰਿਆ ਅਖਵਾਉਂਦੀ ਹੈ। ਆਓ ਹੁਣ ਅਸੀਂ ਸਾਹ ਕਿਰਿਆ ਦੀ ਵਿਧੀ ਜਾਣੀਏ। ਆਮ ਤੌਰ ਤੇ ਅਸੀਂ ਆਪਣੀ ਨਾਸ ਨਾਲ ਹਵਾ ਅੰਦਰ ਲੈਂਦੇ ਹਾਂ। ਜਦੋਂ ਅਸੀਂ ਹਵਾ ਨੂੰ ਅੰਦਰ ਲੈਂਦੇ ਹਾਂ ਤਾਂ ਇਹ ਸਾਡੀ ਨਾਸ ਤੋਂ ਨਾਸ ਖੋੜ ਵਿੱਚ ਚਲੀ ਜਾਂਦੀ ਹੈ। ਨਾਸ ਖੋੜ ਤੋਂ ਹਵਾ ਸਾਹ ਨਲੀ ਵਿੱਚ ਹੋ ਕੇ ਸਾਡੇ ਫੇਫੜਿਆਂ ਵਿੱਚ ਜਾਂਦੀ ਹੈ। ਫੇਫੜੇ ਛਾਤੀ ਖੋੜ ਵਿੱਚ ਸਥਿਤ ਹੁੰਦੇ ਹਨ।
ਛਾਤੀ ਖੋੜ ਪਾਸਿਆਂ ਤੇ ਪਸਲੀਆਂ ਨਾਲ ਘਿਰੀ ਹੁੰਦੀ ਹੈ। ਇੱਕ ਵੱਡੀ ਪੇਸ਼ੀ ਤਹਿ ਜੋ ਡਾਇਆਫ੍ਰਾਮ ਅਖਵਾਉਂਦੀ ਹੈ, ਛਾਤੀ ਖੋੜ ਨੂੰ ਆਧਾਰ ਦਿੰਦੀ ਹੈ। ਸਾਹ ਕਿਰਿਆ ਵਿੱਚ ਡਾਇਆਫ੍ਰਾਮ ਅਤੇ ਪਸਲੀਆਂ ਤੋਂ ਬਣੇ ਪਿੰਜਰ ਦੀ ਗਤੀ ਸ਼ਾਮਲ ਹੈ। ਸਾਹ ਅੰਦਰ ਲੈਣ ਦੇ ਸਮੇਂ ਪਸਲੀਆਂ ਉੱਪਰ ਅਤੇ ਬਾਹਰ ਦੇ ਵੱਲ ਗਤੀ ਕਰਦੀਆਂ ਹਨ ਅਤੇ ਡਾਇਆਫ੍ਰਾਮ ਹੇਠਾਂ ਵੱਲ ਗਤੀ ਕਰਦਾ ਹੈ। ਇਹ ਗਤੀ ਸਾਡੀ ਛਾਤੀ ਖੋੜ ਦੇ ਆਇਤਨ ਨੂੰ ਵਧਾ ਦਿੰਦੀ ਹੈ ਅਤੇ ਹਵਾ ਫੇਫੜਿਆਂ ਵਿੱਚ ਆ ਜਾਂਦੀ ਹੈ। ਫੇਫੜੇ ਹਵਾ ਨਾਲ ਭਰ ਜਾਂਦੇ ਹਨ। ਸਾਹ ਕੱਢਣ ਦੇ ਸਮੇਂ ਪਸਲੀਆਂ ਹੇਠਾਂ ਅਤੇ ਅੰਦਰ ਦੇ ਵੱਲ ਆਉਂਦੀਆਂ ਹਨ, ਜਦ ਕਿ ਡਾਇਆਫ੍ਰਾਮ ਉੱਪਰ ਦੇ ਵੱਲ ਆਪਣੀ ਪਹਿਲੀ ਸਥਿਤੀ ਵਿੱਚ ਆ ਜਾਂਦਾ ਹੈ। ਇਸ ਨਾਲ ਛਾਤੀ ਖੋੜ ਦਾ ਆਇਤਨ ਘਟ ਜਾਂਦਾ ਹੈ। ਇਸ ਕਾਰਨ ਬੱਚਿਓ, ਹਵਾ ਫੇਫੜਿਆਂ ਵਿੱਚੋਂ ਬਾਹਰ ਧੱਕ ਦਿੱਤੀ ਜਾਂਦੀ ਹੈ। ਅਸੀਂ ਆਪਣੇ ਸਰੀਰ ਵਿੱਚ ਇਹਨਾਂ ਗਤੀਆਂ ਨੂੰ ਆਸਾਨੀ ਨਾਲ ਅਨੁਭਵ ਕਰ ਸਕਦੇ ਹਾਂ। ਬੱਚਿਓ, ਇਸ ਕਿਰਿਆ ਨੂੰ ਕਰਨ ਲਈ ਸਾਨੂੰ ਜੋ ਜ਼ਰੂਰੀ ਸਮਾਨ ਚਾਹੀਦਾ ਹੈ ਉਹ ਹੈ ਪਲਾਸਟਿਕ ਦੀ ਪਤਲੀ ਸ਼ੀਟ, ਪਲਾਸਟਿਕ ਦੀ ਚੌੜੇ ਮੂੰਹ ਵਾਲੀ ਬੋਤਲ, 2 ਗੁਬਾਰੇ ਅਤੇ ਵਾਈ ਆਕਾਰ ਦੀ ਕੱਚ ਜਾਂ ਪਲਾਸਟਿਕ ਦੀ ਨਲੀ। ਹੁਣ ਬੋਤਲ ਦੇ ਢੱਕਣ ਵਿੱਚ ਇੱਕ ਅਜਿਹਾ ਛੇਕ ਕਰੋ ਜਿਸ ਵਿੱਚੋਂ ਇਹ ਨਲੀ ਆਸਾਨੀ ਨਾਲ ਨਿਕਲ ਜਾਵੇ। ਫੇਫੜਿਆਂ ਵਿੱਚ ਹੋਣ ਵਾਲੇ ਫੈਲਾਅ ਨੂੰ ਸਮਝਣ ਲਈ ਰਬੜ ਦੀ ਤਹਿ ਨੂੰ ਆਧਾਰ ਤੋਂ ਹੇਠਾਂ ਅਤੇ ਉੱਪਰ ਵੱਲ ਖਿੱਚੋ ਅਤੇ ਗੁਬਾਰਿਆਂ ਨੂੰ ਵੇਖੋ। ਤੁਸੀਂ ਵੇਖਿਆ ਕਿ ਜਦੋਂ ਅਸੀਂ ਰਬੜ ਦੀ ਤਹਿ ਨੂੰ ਆਧਾਰ ਤੋਂ ਹੇਠਾਂ ਵੱਲ ਖਿੱਚਦੇ ਹਾਂ ਤਾਂ ਗੁਬਾਰੇ ਫੁੱਲ ਜਾਂਦੇ ਹਨ ਅਤੇ ਫਿਰ ਜਦੋਂ ਰਬੜ ਦੀ ਤਹਿ ਨੂੰ ਉੱਪਰ ਵੱਲ ਖਿੱਚਦੇ ਹਾਂ ਤਾਂ ਗੁਬਾਰੇ ਬੁਝ ਜਾਂਦੇ ਹਨ। ਇਸ ਦਾ ਮਤਲਬ ਜਦੋਂ ਰਬੜ ਦੀ ਤਹਿ ਨੂੰ ਹੇਠਾਂ ਵੱਲ ਖਿੱਚਿਆ ਤਾਂ ਪਲਾਸਟਿਕ ਦੀ ਬੋਤਲ ਦਾ ਆਇਤਨ ਵੱਧ ਜਾਂਦਾ ਹੈ ਅਤੇ ਦਬਾਅ ਵਾਯੂਮੰਡਲੀ ਦਬਾਅ ਤੋਂ ਘਟ ਜਾਂਦਾ ਹੈ। ਇਸ ਦੇ ਨਾਲ ਇਹ ਹੋਵੇਗਾ ਕਿ ਵਾਯੂਮੰਡਲੀ ਹਵਾ ਵਾਈ ਆਕਾਰ ਦੀ ਨਲੀ ਵਿੱਚੋਂ ਲੰਘ ਕੇ ਗੁਬਾਰਿਆਂ ਨੂੰ ਉਹਨਾਂ ਦੇ ਸਟੈਂਡਰਡ ਸਾਈਜ਼ ਤੱਕ ਫੁਲਾ ਦੇਵੇਗੀ। ਜਦੋਂ ਰਬੜ ਦੀ ਤਹਿ ਨੂੰ ਉੱਪਰ ਵੱਲ ਖਿੱਚਿਆ ਜਾਂਦਾ ਹੈ ਤਾਂ ਪਲਾਸਟਿਕ ਦੀ ਬੋਤਲ ਦਾ ਆਇਤਨ ਘਟ ਜਾਂਦਾ ਹੈ ਅਤੇ ਦਬਾਅ ਵੱਧ ਜਾਂਦਾ ਹੈ, ਜੋ ਕਿ ਹਵਾ ਨੂੰ ਗੁਬਾਰਿਆਂ ਤੋਂ ਬਾਹਰ ਵੱਲ ਗਤੀ ਕਰਨ ਲਈ ਮਜਬੂਰ ਕਰਦਾ ਹੈ, ਜਿਸ ਕਰਕੇ ਗੁਬਾਰੇ ਬੁਝ ਜਾਂਦੇ ਹਨ। ਇਹ ਸਿੱਧ ਕਰਦਾ ਹੈ ਕਿ ਹਵਾ ਦਾ ਅੰਦਰ ਆਉਣਾ ਅਤੇ ਬਾਹਰ ਜਾਣਾ ਹੀ ਡਾਇਆਫ੍ਰਾਮ ਦੇ ਸੁੰਗੜਨ ਅਤੇ ਫੈਲਣ ਲਈ ਜ਼ਿੰਮੇਵਾਰ ਹੈ। ਆਓ ਬੱਚਿਓ, ਹੁਣ ਦੇਖੀਏ ਕਿ ਹੋਰ ਜੰਤੂ ਸਾਹ ਕਿਰਿਆ ਕਿਵੇਂ ਕਰਦੇ ਹਨ। ਕਾਕਰੋਚ। ਕਾਕਰੋਚ ਦੇ ਸਰੀਰ ਦੇ ਪਾਸਿਆਂ ਵਾਲੇ ਭਾਗ ਤੇ ਛੋਟੇ-ਛੋਟੇ ਛੇਕ ਹੁੰਦੇ ਹਨ। ਹੋਰ ਕੀਟਾਂ ਦੇ ਸਰੀਰ ਵਿੱਚ ਵੀ ਇਸ ਤਰ੍ਹਾਂ ਦੇ ਛੇਕ ਹੁੰਦੇ ਹਨ। ਇਹ ਛੇਕ ਸਪਾਇਰੇਕਲ ਅਖਵਾਉਂਦੇ ਹਨ। ਕੀਟਾਂ ਵਿੱਚ ਗੈਸ ਦੇ ਵਟਾਂਦਰੇ ਲਈ ਹਵਾ ਨਲੀਆਂ ਦਾ ਜਾਲ ਵਿਛਿਆ ਹੁੰਦਾ ਹੈ, ਜੋ ਸਾਹ ਨਲੀ ਜਾਂ ਟ੍ਰੈਕੀਆ ਅਖਵਾਉਂਦੇ ਹਨ। ਆਕਸੀਜਨ ਭਰਪੂਰ ਹਵਾ ਸਪਾਇਰਲਕਾਂ ਵਿੱਚ ਜਾ ਕੇ ਸਰੀਰ ਦੇ ਟਿਸ਼ੂਆਂ ਵਿੱਚ ਪਹੁੰਚਦੀ ਹੈ ਅਤੇ ਸਰੀਰ ਦੇ ਹਰ ਇੱਕ ਸੈੱਲ ਵਿੱਚ ਪਹੁੰਚਦੀ ਹੈ। ਇਸ ਤਰ੍ਹਾਂ ਸੈੱਲਾਂ ਵਿੱਚ ਕਾਰਬਨ ਡਾਈਆਕਸਾਈਡ ਸਾਹ ਨਲੀਆਂ ਵਿੱਚ ਆਉਂਦੀ ਹੈ ਅਤੇ ਸਪਾਇਰਲਕਾਂ ਤੋਂ ਬਾਹਰ ਨਿਕਲ ਜਾਂਦੀ ਹੈ। ਗੰਡੋਇਆ।
ਗੰਡੋਏ ਆਪਣੀ ਚਮੜੀ ਨਾਲ ਸਾਹ ਕਿਰਿਆ ਕਰਦੇ ਹਨ। ਗੰਡੋਏ ਦੀ ਚਮੜੀ ਛੂਹਣ ਤੇ ਸਿੱਲੀ ਅਤੇ ਚਿਪਚਿਪੀ ਲੱਗਦੀ ਹੈ। ਇਸ ਵਿੱਚ ਗੈਸਾਂ ਦਾ ਵਟਾਂਦਰਾ ਆਸਾਨੀ ਨਾਲ ਹੋ ਜਾਂਦਾ ਹੈ। ਮੱਛੀ। ਜਿਹੜੇ ਜੀਵ ਪਾਣੀ ਵਿੱਚ ਰਹਿੰਦੇ ਹਨ ਉਹ ਕਿਵੇਂ ਸਾਹ ਲੈਂਦੇ ਹਨ? ਮੱਛੀਆਂ ਵਿੱਚ ਗਲਫੜੇ ਹੁੰਦੇ ਹਨ। ਗਲਫੜੇ ਪਾਣੀ ਵਿੱਚ ਘੁਲੀ ਆਕਸੀਜਨ ਦੀ ਵਰਤੋਂ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਦੇ ਹਨ। ਗਲਫੜੇ ਚਮੜੀ ਤੋਂ ਬਾਹਰ ਵੱਲ ਨਿਕਲੇ ਹੁੰਦੇ ਹਨ। ਗਲਫੜਿਆਂ ਵਿੱਚ ਖੂਨ ਵਹਿਣੀਆਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ, ਜਿਹੜੀਆਂ ਗੈਸ ਵਟਾਂਦਰੇ ਵਿੱਚ ਮਦਦ ਕਰਦੀਆਂ ਹਨ। ਹੋਰ ਜੀਵਾਂ ਵਾਂਗ ਪੌਦੇ ਵੀ ਜਿਉਂਦੇ ਰਹਿਣ ਲਈ ਸਾਹ ਕਿਰਿਆ ਕਰਦੇ ਹਨ। ਇਹ ਹਵਾ ਵਿੱਚੋਂ ਆਕਸੀਜਨ ਅੰਦਰ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਨੂੰ ਮੁਕਤ ਕਰਦੇ ਹਨ। ਪੌਦੇ ਦਾ ਹਰੇਕ ਅੰਗ ਹਵਾ ਤੋਂ ਸੁਤੰਤਰ ਰੂਪ ਵਿੱਚ ਆਕਸੀਜਨ ਗ੍ਰਹਿਣ ਕਰਕੇ ਕਾਰਬਨ ਡਾਈਆਕਸਾਈਡ ਨੂੰ ਮੁਕਤ ਕਰਦਾ ਹੈ। ਪੌਦੇ ਦੇ ਪੱਤਿਆਂ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੇ ਵਟਾਂਦਰੇ ਲਈ ਸੂਖਮ ਛੇਕ ਹੁੰਦੇ ਹਨ, ਜਿਹੜੇ ਸਟੋਮੈਟਾ ਅਖਵਾਉਂਦੇ ਹਨ। ਪੌਦਿਆਂ ਦੇ ਬਾਕੀ ਸੈੱਲਾਂ ਦੀ ਤਰ੍ਹਾਂ ਹੀ ਜੜ੍ਹਾਂ ਦੇ ਸੈੱਲਾਂ ਨੂੰ ਵੀ ਊਰਜਾ ਪੈਦਾ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਜੜ੍ਹਾਂ ਮਿੱਟੀ ਕਣਾਂ ਦੇ ਵਿਚਲੀ ਖਾਲੀ ਥਾਵਾਂ ਵਿੱਚ ਮੌਜੂਦ ਹਵਾ ਤੋਂ ਆਕਸੀਜਨ ਲੈਂਦੀਆਂ ਹਨ। ਇਸ ਤਰ੍ਹਾਂ ਬੱਚਿਓ, ਸਾਰੇ ਜੀਵਾਂ ਨੂੰ ਜਿਉਂਦੇ ਰਹਿਣ ਲਈ ਜ਼ਰੂਰੀ ਊਰਜਾ ਨੂੰ ਪ੍ਰਾਪਤ ਕਰਨ ਲਈ ਸਾਹ ਕਿਰਿਆ ਕਰਨ ਦੀ ਜ਼ਰੂਰਤ ਹੁੰਦੀ ਹੈ।